ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਖਬਰਾਂ ਟੌਪ ਦੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਵੱਡੀ ਖਬਰ ਕੋਟਕਪੂਰਾ ਗੋਲੀ ਕਾਂਡ ਨੂੰ ਲੈ ਕੇ ਜਿਹੜੀ 90 ਪੰਨਿਆਂ ਦੀ ਫੈਸਲੇ ਦੀ ਕਾਪੀ ਬਾਹਰ ਜਨਤਕ ਹੋਈ ਹੈ, ਉਸ ਨੂੰ ਲੈ ਕੇ ਚਰਚਾ ਹੋ ਰਹੀ ਹੈ। ਆਈਜੀ ਕੁੰਵਰ ਵਿਜੇ ਪ੍ਰਤਾਪ ਤੋਂ ਲੈ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਪੁਲਿਸ ਵਾਲਿਆਂ ਦੀ ਕਾਰਗੁਜ਼ਾਰੀ ਤੇ SIT ਦੀ ਕਾਰਗੁਜ਼ਾਰੀ, ਬੜੇ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਉਹ ਵੀ ਇਹਨਾਂ ਸਵਾਲਾਂ ਦੇ ਵਿੱਚ ਘਿਰ ਰਹੀ ਹੈ। ਰਿਪੋਰਟ ਵਿੱਚ ਕੀ ਕੁਝ ਹੈ, ਉਸ ਸਭ ਦੇ ਉੱਤੇ ਅਸੀਂ ਚਰਚਾ ਕਰਾਂਗੇ। ਦੂਜੀ ਖਬਰ ਵੱਡੀ ਇਹ ਹੈ ਕਿ ਇੱਕ ਪਾਸੇ ਤਾਂ ਆਕਸੀਜਨ ਦੀ ਘਾਟ ਜਿਹੜੀ ਹੈ ਉਹ ਪੂਰੇ ਦੇਸ਼ ਵਿੱਚ ਅਸੀਂ ਦੇਖ ਰਹੇ ਹਾਂ। ਹਰ ਪਾਸੇ ਲਾਸ਼ਾਂ ਵਿਛੀਆਂ ਹੋਈਆਂ, ਇਹੋ ਜਿਹੀਆਂ ਤਸਵੀਰਾਂ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਉਹ ਕਲੀਅਰ ਕਰਦੀਆਂ ਨੇ ਕਿ ਹਾਲਾਤ ਕਿਸ ਤਰ੍ਹਾਂ ਦੇ ਜਿਹੜੇ ਉਹ ਬਣੇ ਹੋਏ ਨੇ। ਪਰ ਇਹ ਸਭ ਦੇ ਵਿਚਾਲੇ ਜਿਸ ਤਰ੍ਹਾਂ ਸਿੱਖ ਜਥੇਬੰਦੀਆਂ ਹੋ ਗਈਆਂ ਜਾਂ ਹੋਰ ਕੁਝ ਅਜਿਹੇ ਲੋਕ ਜਿਵੇਂ ਖਾਲਸਾ ਏਡ ਜਥੇਬੰਦੀ ਹੋ ਗਈ, ਉਹਨਾਂ ਵੱਲੋਂ ਆਕਸੀਜਨ ਦੀ ਜਿਹੜੀ ਘਾਟ ਹੈ ਉਹਨੂੰ ਪੂਰਾ ਕਰਨ ਦੇ ਲਈ ਆਪਣੇ ਵੱਲੋਂ ਚਾਰਾਜੋਈ ਕੀਤੀ ਜਾ ਰਹੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਪਰਾਲੇ ਕਰ ਰਹੀ ਹੈ। ਹਰ ਕੋਈ ਲੱਗਿਆ ਹੋਇਆ। ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਆਖਰਕਾਰ ਸਰਕਾਰਾਂ ਦੀ ਜ਼ਿੰਮੇਵਾਰੀ ਕਿੱਥੇ ਬਣਦੀ ਹੈ। ਇਸ ਹਾਲਾਤ ਨੂੰ ਵੱਸੋਂ ਬਾਹਰ ਹੋਣ ਦੇ ਵਿੱਚ ਕੌਣ ਜ਼ਿੰਮੇਵਾਰ ਹੈ, ਕਿਸ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ, ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਮੌਜੂਦ ਨੇ। ਪਰਮਿੰਦਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੁਖਿੰਦਰ ਜੀ, ਧੰਨਵਾਦ ਤੁਹਾਡਾ ਵੀ। ਪਰਮਿੰਦਰ, ਸਭ ਤੋਂ ਪਹਿਲਾਂ ਜਿਹੜੀ ਹਾਈ ਕੋਰਟ ਦਾ ਫੈਸਲਾ ਆਇਆ, ਕਾਲਪਨਿਕ ਕਿਹਾ ਜਾ ਰਿਹਾ ਜੋ ਕੁਝ ਵੀ ਜਿਹੜੇ ਤੱਥ ਉਹਦੇ ਵਿੱਚ ਰੱਖੇ ਗਏ, ਇਹਨੂੰ ਕਿੱਦਾਂ ਦੇਖਦੇ ਹੋ? ਸੁਖਿੰਦਰ, ਜਿਹੜੀ ਬਹੁਤ ਵੱਡੀ ਗੱਲ ਹੈ ਜਿਹੜੀ ਆਹ ਸੁਪਰੀਮ ਕੋਰਟ ਦੀ ਫੈਸਲੇ ਦੀ ਕਾਪੀ ਜਿਹੜੀ ਜਨਤਕ ਹੋਈ ਹੈ ਹੁਣ, ਉਹਦੇ ਵਿੱਚ ਜਿੱਦਾਂ ਜਿਹੜੀਆਂ ਰਿਪੋਰਟਸ ਪੇਸ਼ ਹੋਈਆਂ ਨੇ ਹੁਣ ਤੱਕ ਦੀਆਂ, ਖਾਸ ਕਰ ਆਪਾਂ ਕਹਿ ਲਓ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜੋ ਵੀ ਚਲਾਨ ਪੇਸ਼ ਕੀਤੇ ਨੇ ਜਾਂ ਰਿਪੋਰਟ ਪੇਸ਼ ਕੀਤੀ ਆ, ਉਹਨੂੰ ਟੋਟਲੀ ਐਂ ਕਹਿ ਲਓ ਕਿ ਰਿਜੈਕਟ ਕਰਤਾ, ਰੱਦ ਕਰਾਇਆ ਗਿਆ। ਉਹਦੇ ਵਿੱਚ ਬਕਾਇਦਾ ਤੌਰ 'ਤੇ ਲਿਖਿਆ ਕਿ ਜਿਹੜੀ ਆਹ ਜਾਂਚ ਹੋਈ ਆ ਇਹ ਇੱਕ ਤਰ੍ਹਾਂ ਨਾਲ ਕਲਪਨਾਵਾਂ ਦਾ, ਕਹਿੰਦਾ ਕੋਰਟ ਕਹਿੰਦੇ ਵੀ ਕਲਪਨਾਵਾਂ ਦਾ ਜਿਹੜਾ ਚਿੱਠਾ ਆ ਪੂਰਾ, ਕਿਸ ਤਰ੍ਹਾਂ ਕਲਪਨਾ ਕੀਤੀ ਉਹ ਸਾਰਾ ਕੁਛ ਉਹਨੇ ਵਿੱਚ ਦਰਜ ਗਿਆ, ਵੀ ਝੂਠ ਦਾ ਪਲੰਦਾ ਕਹਿ ਦਿਓ ਇੱਕ ਤਰ੍ਹਾਂ ਦਾ ਕਿਹਾ ਗਿਆ ਉਹਨੂੰ। ਤੋ ਜਿਹੜਾ ਕੁਛ ਇਨਵੈਸਟੀਗੇਸ਼ਨ ਦੇ ਰਾਹੀਂ ਕੁੰਵਰ ਵਿਜੇ ਪ੍ਰਤਾਪ ਨੇ ਸਾਹਮਣੇ ਲਿਆਂਦਾ ਸੀਗਾ, ਉਹਨੂੰ ਕੋਰਟ ਨੇ ਮੂਲੋਂ ਰੱਦ ਕਰਕੇ ਕਹਿਤਾ ਕਿ ਇੱਕ ਪਾਸੜ ਜਿਹੜੀ ਹੈਗੀ ਹੈ ਇਹ ਰਿਪੋਰਟ ਕੀਤੀ ਗਈ ਹੈ, ਇੱਕ ਪਾਸੇ ਦੀ ਇਨਵੈਸਟੀਗੇਸ਼ਨ ਹੈ। ਬਹੁਤ ਸਾਰੇ ਤੱਥ ਨੇ ਜਿਨ੍ਹਾਂ ਦਾ ਵੇਰਵਾ ਦਿੱਤਾ ਗਿਆ। 90 ਪੇਜ ਦੀ ਜਿਹੜੀ ਆਹ ਕਾਪੀ ਹੈ ਜਨਤਕ ਹੋਈ ਹੈ ਰਿਪੋਰਟ ਦੀ, ਇਹਦੀ ਜਨਤਕ ਫੈਸਲੇ ਦੀ ਕਾਪੀ ਜਿਹੜੀ ਜਨਤਕ ਹੋਈ ਹੈ 90 ਪੇਜ ਨੇ, 89 ਦੇ ਕਰੀਬ। ਅਤੇ ਉਹਦੇ ਵਿੱਚ ਤੁਸੀਂ ਜੇ ਆਪਾਂ ਖੁਲਾਸਾ ਕਰਨ, ਜੇ ਇਸ ਇਕੱਲੀ ਇਸ ਫੈਸਲੇ ਦੀ ਕਾਪੀ ਦਾ ਹੀ ਜੇ ਕਿਸੇ ਨੇ ਖੁਲਾਸਾ ਕਰਨਾ ਹੋਵੇ, ਇਕੱਲਾ ਪਹਿਰਾ ਬਚਣਾ ਪਏਗਾ। ਘੱਟੋ ਘੱਟ 3-4 ਘੰਟੇ ਇਸ ਚੀਜ਼ 'ਤੇ ਲਾਉਣੇ ਪੈਣੇ ਆ, ਬੋਲਣ ਲੱਗੇ ਵੀ। ਹਰੇਕ ਚੀਜ਼ ਦਾ ਵੇਰਵਾ ਜਿਹੜਾ ਹੈਗਾ ਬੜੇ ਮਤਲਬ ਇਹ ਕਹਿ ਲਓ ਗੰਭੀਰਤਾ ਨਾਲ, ਸੁਹਿਰਦਤਾ ਨਾਲ ਜਿਹੜੀਆਂ ਚੀਜ਼ਾਂ ਕੱਢ ਕੇ ਅੱਗੇ ਲੈ ਕੇ ਆਉਂਦੀਆਂ ਨੇ। ਪਹਿਲੇ ਤਾਂ ਗੱਲ ਜਿੱਦਾਂ ਸਭ ਤੋਂ ਪਹਿਲੀ ਗੱਲ ਇਹੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਹੈਗਾ ਸਾਈਡ 'ਤੇ ਕਰਤਾ ਕੋਰਟ ਨੇ। ਉਹ ਕਹਿੰਦੇ ਕਿ ਕਿਸੇ DGP ਦਾ ਜਾਂ ਕਿਸੇ DIG ਦਾ ਜਾਂ ਕਿਸੇ ਪੁਲਿਸ ਅਧਿਕਾਰੀ ਦਾ CM ਨਾਲ ਗੱਲ ਕਰਨਾ ਅਪਰਾਧ ਦਾ ਆਧਾਰ ਕਿਸ ਤਰ੍ਹਾਂ ਹੋ ਸਕਦਾ ਹੈ। ਸੋ ਜੇ ਇੱਥੇ ਆਪਾਂ ਦੇਖਿਆ ਜਾਵੇ, ਜੇ ਆਮ ਗੱਲ ਕਰੀ ਜਾਈਏ, ਆਪਾਂ ਕੋਰਟਾਂ ਨੂੰ ਛੱਡ ਦਿਓ ਜਾਂ ਪੁਲਿਸ ਦੀ ਇਨਵੈਸਟੀਗੇਸ਼ਨ ਨੂੰ ਛੱਡ ਦਿਓ, ਸਾਈਡ 'ਤੇ ਕਰ ਦਿਓ, ਉੱਦਾਂ ਗੱਲ ਕਰੀ ਜਾਵੇ, ਜੇ ਇੱਕ CM ਪੰਜਾਬ ਦਾ ਜਾਂ ਕਿਸੇ ਵੀ ਸਟੇਟ ਦਾ CM ਹੈ, ਜੇ ਕੋਈ ਇੱਦਾਂ ਦੀ ਘਟਨਾ ਵਾਪਰਦੀ ਆ ਜਿੱਦਾਂ ਦੀ ਗੋਲੀ ਕਾਂਡ ਹੋਇਆ ਕੋਟਕਪੂਰਾ ਦੇ ਵਿੱਚ, ਜੋ ਵੀ ਹੋਇਆ ਉੱਥੇ ਵਾਪਰਿਆ ਜੋ, ਤਾਂ ਕੀ ਖੁਦ CM ਉੱਥੇ ਜਾ ਕੇ ਆਰਡਰ ਦੇਗਾ ਕਿਸੇ ਚੀਜ਼ ਦੇ? ਜਾਂ ਆਪਾਂ ਇਹ ਕਿਵੇਂ ਕਹਿ ਸਕਦੇ ਹਾਂ ਕਿ ਜੇ ਕੋਈ ਵੀ ਘਟਨਾ ਕਿਸੇ ਤਰ੍ਹਾਂ, ਚਾਹੇ ਲਾਠੀ ਚਾਰਜ ਹੀ ਹੁੰਦਾ, ਚਾਹੇ ਕਿਸੇ ਤਰ੍ਹਾਂ ਦਾ ਕੋਈ ਐਜੀਟੇਸ਼ਨ ਹੋ ਰਿਹਾ, ਉਹਨੂੰ ਖਦੇੜਨ ਵਾਸਤੇ ਕੋਈ ਸਖਤੀ ਪੁਲਿਸ ਵੱਲੋਂ ਵਰਤੀ ਜਾਂਦੀ ਹੈ, ਕੋਈ ਸਖਤੀ ਹੈ, ਗੋਲੀ ਨੂੰ ਛੱਡੋ ਹਲੇ, ਤਾਂ ਕੀ ਉਹ CM ਦੀ ਜਾਂ ਗ੍ਰਹਿ ਮੰਤਰੀ ਜਿਹੜਾ ਉਸ ਟਾਈਮ ਹੁੰਦਾ ਸੂਬੇ ਦਾ ਜਾਂ ਕੋਈ ਵੀ ਆ ਕਿਸੇ ਵੀ ਸੂਬੇ ਦਾ, ਤਾਂ ਉਹਦੀ ਨੌਲੇਜ ਤੋਂ ਬਿਨਾਂ ਹੋ ਜਾਂਦਾ ਹੈ? ਇਸ ਗੱਲ ਨੂੰ ਸ਼ਾਇਦ ਮੇਰੇ ਖਿਆਲ ਅੱਖੋਂ ਪਰੋਖੇ ਕਰਿਆ ਗਿਆ। ਗੱਲ ਕਰਨੀ ਵੱਖਰੀ ਗੱਲ ਹੈ ਕਿ ਗੱਲ ਕਰਨੀ ਕੋਈ ਅਪਰਾਧ ਦਾ ਆਧਾਰ ਤਾਂ ਨਹੀਂ ਹੈਗਾ, ਬਟ ਇੱਕ ਪੱਖ ਇਹ ਵੀ ਹੈ ਨਾ ਕਿ ਇੱਕ ਜ਼ਿੰਮੇਵਾਰ ਬੰਦਾ ਜਿਹਦੇ ਅੰਡਰ ਸਾਰਾ ਸੂਬਾ ਆ, ਜਿਹਦੇ ਅੰਡਰ ਸਾਰੀ ਫੋਰਸਿਸ ਨੇ, ਸਾਰਾ ਐਡਮਿਨਿਸਟ੍ਰੇਸ਼ਨ ਜਿਹੜਾ ਹੈਗਾ ਉਹਦੇ ਸਾਰੇ ਅੰਡਰ ਹੈ, ਉਹਦੇ ਅੰਡਰ ਹੈ, ਤਾਂ ਉਹ ਪ੍ਰਸ਼ਾਸਨ, ਸਿਵਲ ਚਾਹੇ ਪੁਲਿਸ ਪ੍ਰਸ਼ਾਸਨ, ਇੱਕ CM ਦੀ ਜਾਂ ਡਿਪਟੀ CM ਦੀ ਅਥਾਰਟੀ ਤੋਂ ਬਿਨਾਂ ਕੋਈ ਕਦਮ ਕਿਵੇਂ ਚੱਕ ਲਏਗਾ?
ਜੇ ਚੱਕਦਾ ਤਾਂ ਉਹ ਸਵਾਲਾਂ ਦੇ ਘੇਰੇ 'ਚ ਕਿਉਂ ਨਹੀਂ ਆਇਆ ਜਦੋਂ ਸਰਕਾਰ ਉਹਨਾਂ ਦੀ ਸੀਗੀ। ਜਿਹੜੇ ਇੱਕ ਇਹਨਾਂ ਦੇ ਧਾਰਨੀ ਕੋਈ ਹੈਗੇ ਨੇ ਅਕਾਲੀ ਦਲ ਦੇ, ਉਹ ਟੀ ਵੀ 'ਤੇ ਬਹਿਸ ਕਰ ਰਹੇ ਸੀ, ਉਹ ਕਹਿੰਦੇ ਸਾਡੇ ਕੋਲ 1 ਸਾਲ ਦਾ ਸਮਾਂ ਸੀ। 1 ਸਾਲ ਦਾ ਸਮਾਂ ਥੋੜ੍ਹਾ ਹੁੰਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੋਵੇ, ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਕਰੋ ਵੱਖਰੀ ਹੈ, ਚਲੋ ਅਗਲਾ ਕੋਈ ਉੱਠ ਕੇ ਆਉਂਦਾ ਹੈ, ਕੋਈ ਗਵਾਹਾਂ ਨੂੰ ਖਰੀਦਦਾ ਹੈ, ਕੋਈ ਆਪ ਪੇਸ਼ ਹੋ ਕੇ ਗਲਤ ਗਵਾਹੀ ਦਿੰਦਾ ਹੈ ਜਾਂ ਕੋਈ ਗਲਤ ਗਵਾਹ ਪੇਸ਼ ਕਰਦਾ, ਉਹਨੂੰ ਟਾਈਮ ਲੱਗ ਜਾਂਦਾ ਹੈ। ਕੋਈ ਅਪਰੋਚ ਕਰਦਾ ਹੈ, ਕੋਈ ਕਿਸੇ ਤਰ੍ਹਾਂ ਦਾ ਕੋਈ ਹੋਰ ਮਿੰਨਤ ਤਰਲਾ ਕਰਦਾ, ਜਾ ਕੇ ਕੁਛ ਕਰਦਾ ਹੈ ਨਾ। ਇੱਕ ਇਨਵੈਸਟੀਗੇਸ਼ਨ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੀ ਹੋਈ ਹੋਵੇ, ਉਹਨਾਂ ਦੀ ਬੇਅਦਬੀ ਦਾ ਮੁੱਦਾ ਹੋਵੇ ਹੈ ਨਾ, ਉਹਦੇ ਵਿੱਚ ਤੁਸੀਂ 1 ਸਾਲ ਕਹਿੰਦੇ ਥੋੜ੍ਹਾ ਸੀ, ਸਾਡੇ ਕੋਲ 1 ਸਾਲ ਕੋਈ ਕੁਛ ਵੀ ਨਹੀਂ ਹੁੰਦਾ 1 ਸਾਲ। ਨਾਲੇ ਸਰਕਾਰ ਵੀ ਪੰਥਕ ਹੋਵੇ। ਸਰ ਉਹੀ ਹੈ ਵੀ ਪੰਥਕ ਸਰਕਾਰ ਜਿਹਦੇ ਜਦੋਂ ਤੁਹਾਨੂੰ ਪਤਾ ਹੈ ਕਿ ਚੋਣਾਂ ਅੱਗੇ ਆ ਰਹੀਆਂ ਨੇ, ਇੰਨਾ ਬੇਵਕੂਫ ਤਾਂ ਸੁਖਵਿੰਦਰ ਕੌਣ ਸਰਕਾਰ ਦੇ ਵਿੱਚ ਬੰਦਾ ਬੈਠਾ ਹੋਵੇ, ਕੋਈ ਮੰਤਰੀ ਸੰਤਰੀ MLA MP CM ਕੋਈ ਵੀ ਹੋਵੇ, ਕੀ ਉਹ ਉਹਦੇ ਕੋਲ ਇੰਨਾ ਦਿਮਾਗ ਵੀ ਨਹੀਂ ਹੁੰਦਾ ਕਿ ਅੱਗੇ ਚੋਣਾਂ ਆ ਰਹੀਆਂ ਨੇ ਅਤੇ ਇਹ ਮੁੱਦਾ ਵੱਡਾ ਬਣਦਾ ਜਾ ਰਿਹਾ, ਇਹ ਮੁੱਦਾ ਵੱਡਾ ਬਣੇਗਾ ਅਤੇ ਕੱਲ੍ਹ ਨੂੰ ਮੇਰੇ 'ਤੇ ਗਾਜ ਡਿੱਗੇਗੀ। ਉਦੋਂ ਕਾਰਵਾਈ ਜਦੋਂ ਕਰਨੀ ਸੀ, ਕਦੋਂ ਕਾਰਵਾਈ ਉਦੋਂ ਸਮਾਂ ਥੋੜ੍ਹਾ ਸੀਗਾ। ਚਲੋ ਉਹ ਵੀ ਗੱਲ ਮੰਨ ਲਈ, ਇਹਨਾਂ ਦੀ ਗੱਲ ਠੀਕ ਆ। ਅਤੇ ਜਦੋਂ ਇਨਵੈਸਟੀਗੇਸ਼ਨਸ ਹੋਈਆਂ ਨੇ, ਸਿੱਟ ਬੈਠੀ ਆ, ਸਾਰਾ ਕੁਛ ਹੋਇਆ, ਉਦੋਂ ਕਾਰਵਾਈ ਕਿਉਂ ਨਹੀਂ ਕੀਤੀ? ਉਦੋਂ ਕਿਉਂ ਨਹੀਂ ਫੜਿਆ? ਜੂਨ 2015 ਦੇ ਵਿੱਚ, ਜੂਨ ਦੇ ਵਿੱਚ ਚੋਰੀ ਹੋਣੇ ਸ਼ੁਰੂ ਹੋਏ ਮਹਾਰਾਜ ਦੇ ਸਰੂਪ, ਠੀਕ ਹੈ। ਉਹਨਾਂ ਤੋਂ ਬਾਅਦ ਬੇਅਦਬੀਆਂ ਸ਼ੁਰੂ ਹੋਈਆਂ। ਜਿੱਦਾਂ ਉਹ ਟੀ ਵੀ 'ਤੇ ਗੱਲ ਕਰ ਰਹੇ ਸੀ ਵੀ ਇੱਕ ਮੋਬਾਇਲ ਗੁੰਮ ਜੇ ਕਿਸੇ ਦਾ, ਮੋਬਾਇਲ ਗੁੰਮ ਜੇ ਕਿਸੇ ਦਾ ਨਾ, ਤਾਂ ਵੀ ਉਸ ਮੰਤਰੀ ਦਾ ਜਾਂ MLA ਦਾ ਮੋਬਾਇਲ ਗੁੰਮ ਜੇ, ਉਹਦੇ 'ਤੇ ਵੀ ਇੱਕਦਮ ਤੁਰੰਤ ਕਾਰਵਾਈ ਹੁੰਦੀ ਆ। ਪੂਰੀ ਪੁਲਿਸ ਫੋਰਸ, ਮੈਂ ਕਹਿੰਦਾ ਪੂਰੇ ਸਟੇਟ ਦੀ ਫੋਰਸ ਨੂੰ ਲਾ ਦਿੰਦੇ ਆ, ਸਾਰੀਆਂ ਏਜੰਸੀਆਂ ਖੋਲ੍ਹ ਦਿੰਦੇ ਨੇ। ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚੋਰੀ ਹੋਈ, ਉਹਦੇ 'ਤੇ ਕੀ ਕੀਤਾ? ਕੋਈ ਕੁਐਸਚਨ ਦਾ ਜਵਾਬ ਹੀ ਨਹੀਂ ਇਹਨਾਂ ਕੋਲ। ਇੱਕ ਹੋਰ ਗੱਲ ਹੈ ਇਹਦੇ ਵਿੱਚ, ਜਦੋਂ ਕਿਹਾ ਜਾਂਦਾ ਕਿ ਰਿਪੋਰਟ ਜਿਹੜੀ ਵੀ ਬਣਾਈ ਗਈ ਹੈ ਉਹ ਇੱਕ ਪਾਸੜ ਹੈ। ਇੱਕ ਪਾਸੜ ਆਪਣੇ ਆਪ ਹੋਣੀ ਹੈ ਕਿ ਜਦੋਂ ਸੱਤਾ ਦੇ ਵਿੱਚ ਸਰਕਾਰ ਉਹਨਾਂ ਦੀ, ਸਾਰਾ ਕੁਝ ਉਹਨਾਂ ਦੇ ਅੰਡਰ, ਜਾਂ ਤਾਂ ਹੋਵੇ ਕੋਈ ਕਾਂਗਰਸ ਦੀ ਸਰਕਾਰ ਉਸ ਵੇਲੇ ਸੱਤਾ ਦੇ ਵਿੱਚ ਬਰਾਬਰ ਦੇ ਕੋਈ ਮਜ਼ਬੂਤ ਧਿਰ ਬੈਠੀ ਹੋਵੇ, BJP ਵਾਲੇ ਕੋਈ ਫੈਸਲਾ ਲੈਣ ਲਈ ਮਜ਼ਬੂਤ ਬੈਠੇ ਹੋਣ, ਉੱਥੇ ਆਮ ਆਦਮੀ ਪਾਰਟੀ ਵਾਲੇ ਬੈਠੇ ਹੋਣ। ਜਦੋਂ ਸਰਕਾਰ ਇੱਕ ਹੈ ਤਾਂ ਫੈਸਲਾ ਵੀ ਇੱਕ ਦੇ ਖਿਲਾਫ ਹੀ ਹੋਏਗਾ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਪਰ ਇਹਦੇ ਵਿੱਚ ਇੱਕ ਪਾਸੜ ਇੱਦਾਂ ਵੀ ਕਿਹਾ ਗਿਆ ਨਾ ਸੁਖਵਿੰਦਰ, ਕਿ ਕਹਿੰਦੇ ਜਿਹੜੇ ਪ੍ਰਦਰਸ਼ਨਕਾਰੀ ਜ਼ਖਮੀ ਹੋਏ ਸੀ ਉਹਨਾਂ ਦੇ ਤਾਂ ਬਿਆਨ ਕੁੰਵਰ ਵਿਜੇ ਪ੍ਰਤਾਪ ਨੇ ਲਏ ਹੋਏ ਨੇ, ਅਤੇ ਜਿਹੜੇ 44 ਪੁਲਿਸ ਕਰਮੀ ਜ਼ਖਮੀ ਹੋਏ ਨੇ ਉਹਨਾਂ ਦਾ ਕਿਸੇ ਦਾ ਬਿਆਨ ਨਹੀਂ ਲਿਆ ਗਿਆ। ਇੱਕ ਨੰਬਰ 2, ਕਹਿੰਦੇ 2015 ਦੇ ਵਿੱਚ ਜਿੱਦਾਂ ਘਟਨਾ ਵਾਪਰਦੀ ਹੈ, 2018 ਦੇ ਵਿੱਚ ਸੇਮ FIR ਫਿਰ ਦੁਬਾਰਾ ਲਾਂਚ ਹੁੰਦੀ ਹੈ, ਤਾਂ ਇੱਕੋ ਘਟਨਾ, ਇੱਕੋ ਇੰਸੀਡੈਂਟ ਹੋਵੇ, ਕੋਈ ਸਥਾਨ ਹੋਵੇ, ਉਹਦੇ ਦੁਬਾਰਾ FIR ਕਰਨ ਦੀ ਲੋੜ ਕੀ ਪਈ? ਉਹ ਵੀ ਦੇਖੋ ਇੱਕ ਇਹਦਾ ਅਦਾਲਤ ਨੇ ਆਧਾਰ ਬਣਾਇਆ ਇਸ ਚੀਜ਼ ਨੂੰ। ਅਤੇ ਤੀਜੀ ਗੱਲ ਜਿਹੜੀ ਹੈਗੀ ਆ ਉਹ ਇਹੀ ਹੈ, ਕਹਿੰਦੇ ਵੀ ਜਿਹੜਾ ਚਾਹੇ ਉਹ ਅਕਸ਼ੇ ਕੁਮਾਰ ਦਾ ਵੇਰਵਾ ਸੀ, ਵੀ ਅਕਸ਼ੇ ਕੁਮਾਰ ਨੂੰ, ਚਾਹੇ ਉਹ ਕਹਿੰਦੇ ਈਵਨ ਕਿ ਇਹ ਵੀ ਕਿਹਾ ਗਿਆ ਕਿ ਜਿਹੜਾ ਕੋਰਟ ਦੇ ਵਿੱਚ ਇਹ ਕਿਹਾ ਗਿਆ ਕਿ CM ਨੂੰ ਔਰ ਡਿਪਟੀ CM ਯਾਨੀ ਕਿ ਸੁਖਬੀਰ ਸਿੰਘ ਬਾਦਲ ਨੂੰ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਧਿਰ ਬਣਾਉਣ ਦੇ ਲਈ ਜਾਂ ਉਹਨਾਂ ਨੂੰ ਮਜ਼ਬੂਤ ਅਪਰਾਧੀ ਦੋਸ਼ੀ ਗਰਦਾਨਣ ਦੇ ਲਈ ਡੇਰਾ ਮੁਖੀ ਦੀ ਜਿਹੜੀ ਹੈ ਮਾਫੀਆ ਉਹਨੂੰ ਨਾਲ ਜੋੜਿਆ ਗਿਆ। ਅਤੇ ਇਹ ਸਾਰੀਆਂ ਚੀਜ਼ਾਂ ਕਹਿੰਦੇ ਵੀ ਇੱਕ ਪਾਰਟੀ ਦੇ, ਕਿਸੇ ਖਾਸ ਪਾਰਟੀ ਦੇ ਉੱਤੇ, ਖਾਸ ਕਰ ਇਹ ਵੀ ਗੱਲ ਕਹੀ ਕਿ ਜਿਹੜੇ ਉਹਨਾਂ ਦੇ ਆਪਦੇ ਮੈਂਬਰ ਸੀਗੇ ਸਿੱਟ ਦੇ, ਉਹਨਾਂ ਨੇ ਸਾਈਨ ਨਹੀਂ ਕੀਤੇ, ਇਕੱਲਿਆਂ ਦੇ ਸਾਈਨ ਕਰਕੇ ਅੱਗੇ ਆਉਂਦੇ ਰਹੇ ਆ। ਤਾਂ ਇਹ ਸਾਰੀਆਂ ਗੱਲਾਂ ਨੂੰ ਆਧਾਰ ਬਣ ਕੇ ਕਹਿੰਦੇ ਵੀ ਇਹ ਜਿਹੜੀ ਕੁੰਵਰ ਵਿਜੇ ਪ੍ਰਤਾਪ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਹੈ, ਸਾਰੀ ਇੱਕ ਮਨੋਕਲਪਿਤ ਹੈ। ਇਹਨੂੰ ਇੱਕ ਕਹਾਣੀ ਦੇ ਸਿੰਘ ਇਜ਼ ਬਲਿੰਗ ਜਿਹੜੀ ਫਿਲਮ ਹੈਗੀ ਉਹਦੇ ਨਾਲ ਜੋੜ ਕੇ ਕਹਿੰਦੇ ਇਸ ਤਰ੍ਹਾਂ ਮੈਨੂਪਲੇਟ ਕਰਕੇ ਅੱਗੇ ਪੇਸ਼ ਕਰ ਦਿੱਤਾ ਗਿਆ ਔਰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਔਰ ਵੱਡੀ ਗੱਲ ਇਹ ਵੀ ਕਰਤੀ ਕਿ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਸੀ, ਜਿਹੜਾ ਉਹ ਚੋਣਾਂ ਦੇ ਵੇਲੇ ਪ੍ਰੈਸ ਨੂੰ ਸੰਬੋਧਿਤ ਹੁੰਦੇ ਰਹੇ ਆ, ਬਈ ਕਿਸੇ ਇੱਕ ਪਾਰਟੀ ਨੂੰ ਫਾਇਦਾ ਪਹੁੰਚਾਉਣ ਦੇ ਲਈ ਪ੍ਰੈਸ ਨੂੰ ਬਿਆਨ ਦਿੰਦੇ ਰਹੇ, ਸਿੱਟ ਦੀ ਰਿਪੋਰਟ ਬਾਰੇ ਦੱਸਦੇ ਰਹੇ ਆ, ਕਹਿੰਦੇ ਜਿਹੜਾ ਗਲਤ ਹੈ ਇਹ ਜਿਹੜਾ। ਸੋ ਉਹ ਸਾਰੀਆਂ ਚੀਜ਼ਾਂ ਕਰਕੇ ਕੁੰਵਰ ਵਿਜੇ ਪ੍ਰਤਾਪ ਨੂੰ ਸਾਈਡ 'ਤੇ ਕਰਤਾ। ਹੁਣ ਜੇ ਆਪਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦਾ ਬਿਆਨ ਦੇਖਦੇ ਹਾਂ, ਉਹ ਕਹਿੰਦੇ ਕਿ ਮੇਰੇ ਖਿਲਾਫ ਤੁਸੀਂ ਕੋਰਟ 'ਚ ਜਾਓ। ਜਿਹੜੇ ਇਹਨਾਂ ਦੇ ਬੰਦੇ ਨੇ ਜਿਹੜੇ ਦੋਸ਼ ਲਾ ਰਹੇ ਨੇ ਕਿ ਅਕਾਲੀ ਦਲ ਅੱਜ ਬੜਾ ਹੁੱਬ ਕੇ ਕਹਿ ਰਿਹਾ, ਅਕਾਲੀ ਦਲ ਜਦੋਂ ਮੌਕਾ ਸੀਗਾ ਕੰਮ ਕਰਨ ਦਾ, ਉਦੋਂ ਤਾਂ ਉਹਨਾਂ ਦੇ ਹੱਥ ਦੇ ਵਿੱਚ ਸੱਤਾ ਸੀ, ਉਦੋਂ ਅੰਦਰ ਕਰ ਸਕਦੇ ਸੀਗੇ, ਸਾਰਿਆਂ ਨੂੰ ਅੰਦਰ ਕਰ ਸਕਦੇ ਸੀ। ਜਦੋਂ ਚੋਰੀ ਹੁੰਦੇ ਆ, ਚੋਰੀ ਹੋਈ ਆ, ਨਾਲ ਦੀ ਨਾਲ ਪੁਲਿਸ ਨੂੰ ਮੁਸਤੈਦ ਕਰਦੇ, ਨਾਲ ਦੀ ਨਾਲ ਉਸ ਟਾਈਮ DGP ਨਾਲ ਗੱਲ ਕਿਉਂ ਨਹੀਂ ਕੀਤੀ CM ਸਾਹਿਬ ਨੇ, ਜਦੋਂ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਏ ਆ ਸਰੂਪ ਮਹਾਰਾਜ ਦੇ। ਜਦੋਂ ਧਰਨਾ ਲੱਗ ਕੇ ਉੱਥੇ ਪ੍ਰਦਰਸ਼ਨਕਾਰੀ ਆਵਾਜ਼ ਉਠਾਉਣ ਲੱਗ ਗਏ, ਚਾਹੇ ਸ਼ਾਂਤਮਈ ਸੀ ਬੈਠੇ ਸੀ, ਚਾਹੇ ਨਾਅਰੇ ਲਾਉਂਦੇ ਸੀ, ਕੁਛ ਵੀ ਸੀਗੇ, ਅਤੇ ਉਦੋਂ DGP ਨਾਲ ਜਾਂ DIG ਨਾਲ ਗੱਲਬਾਤ ਹੋ ਰਹੀ ਹੈ, ਉਦੋਂ ਸਾਰਾ
ਪ੍ਰਸ਼ਾਸਨ ਹੈ, ਚਾਹੇ ਸਿਵਲ ਹੈ, ਚਾਹੇ ਪੁਲਿਸ ਪ੍ਰਸ਼ਾਸਨ ਹੈ, ਉਦੋਂ ਸਾਰਾ ਹਰਕਤ 'ਚ ਆ ਰਿਹਾ। ਜਦੋਂ ਇਹ ਚੀਜ਼ ਵਾਪਰਦੀ ਹੈ ਘਟਨਾ, ਸਭ ਤੋਂ ਪਹਿਲੀ ਘਟਨਾ ਜਦੋਂ ਸਾਹਮਣੇ ਆਉਂਦੀ ਹੈ, ਉਦੋਂ ਪ੍ਰਸ਼ਾਸਨ ਕਿਉਂ ਨਹੀਂ ਹਰਕਤ ਵਿੱਚ ਆਇਆ? ਉਸੇ ਟਾਈਮ ਕਿਉਂ ਨਹੀਂ ਇਸ ਨੂੰ ਹੱਥਾਂ 'ਚ ਲਿਆ CM ਸਾਹਿਬ ਨੇ ਜਾਂ ਡਿਪਟੀ CM ਸਾਹਿਬ ਨੇ ਵੀ ਇਹ ਬਹੁਤ ਵੱਡੀ ਘਟਨਾ ਆ, ਪੰਥਕ ਪਾਰਟੀ ਹੈ ਸਾਡੀ, ਸਾਡਾ ਰਾਜ ਹੈ, ਸਾਡੀ ਸਰਕਾਰ ਹੈ, ਕੱਲ੍ਹ ਨੂੰ ਸਾਡੀ ਸਰਕਾਰ ਡਿੱਗਣਗੇ ਵੀ। ਇਹ ਨਹੀਂ ਹੁੰਦਾ ਸੁਖਵਿੰਦਰ ਜੀ। ਜੇ ਆਪਾਂ ਦੇਖੋ, ਜਿਹੜੀ ਤੀਜੀ ਗੱਲ ਮੈਂ ਵਿੱਚ ਵਿਚਾਰੀ ਸੀ ਕਿ 2015 ਦੀ ਔਰ 2018 ਦੀ FIR ਸੇਮ ਕਹਿ ਰਹੇ ਇੱਕੋ ਹੀ ਹੈ, ਉਹ ਕਿਵੇਂ ਹੈ? ਇੱਕੋ ਚੀਜ਼ 'ਤੇ 2 FIR ਕਿਵੇਂ ਇੱਕੋ ਮਸਲੇ 'ਤੇ ਕਿਵੇਂ ਹੋ ਗਈਆਂ? ਤਾਂ ਇਹਦੇ ਵਿੱਚ ਜਦੋਂ FIR ਹੋਈ ਉਦੋਂ ਸਰਕਾਰ ਕਿਹਦੀ ਸੀ? ਸੱਤਾ ਦੇ ਵਿੱਚ ਕੌਣ ਸੀ ਪੰਜਾਬ 'ਚ? ਅਕਾਲੀ ਦਲ। ਤਾਂ ਜਦੋਂ ਸੱਤਾ ਦੇ ਵਿੱਚ ਅਕਾਲੀ ਦਲ ਸੀ ਤਾਂ ਇਹ ਤਾਂ ਨਹੀਂ ਹੁੰਦਾ ਕਿ ਕੋਈ ਘਟਨਾ ਵਾਪਰ ਗਈ, ਗੋਲੀ ਚਲਾ ਦਿੱਤੀ, ਉੱਥੇ ਗੋਲੀ ਚਲਾਈ, ਦੇਖੋ CCTV ਫੁਟੇਜ ਵੀ ਸਾਹਮਣੇ ਹੈ, ਸਾਰਾ ਕੁਛ ਹੈ, ਉਹ ਵੀ ਗੱਲਾਂ ਸਾਹਮਣੇ ਆਈਆਂ ਕਿ ਕਿਵੇਂ ਜਿਪਸੀ ਦੇ ਗੋਲੀਆਂ ਮਾਰੀਆਂ, ਕਿਹਦੀ ਬੰਦੂਕ ਸੀਗੀ, ਕੌਣ ਲੈ ਕੇ ਗਿਆ, ਕਿੱਥੇ ਜਿਪਸੀ ਸੀ, ਜਿਪਸੀ ਕਿਹਦੀ ਸੀ, ਕਿਵੇਂ ਉੱਥੇ ਗਈ, ਸਾਰਾ ਕੁਝ ਸਾਹਮਣੇ ਆਇਆ ਹੋਇਆ ਸੀ ਉਸ ਟਾਈਮ ਦਾ ਸਾਰਾ ਕੁਝ। ਉਹ ਸਾਰਿਆਂ ਨੂੰ ਇਗਨੋਰ ਕਰਿਆ ਗਿਆ ਇੱਕ ਤਰ੍ਹਾਂ ਨਾਲ। ਅਤੇ ਜਦੋਂ FIR ਹੋਈ ਹੈ, ਪਹਿਲੀ FIR 2015 ਦੇ ਵਿੱਚ ਹੋਈ ਹੈ, 192 ਨੰਬਰ ਕਿਹਾ ਜਾ ਰਿਹਾ, ਤਾਂ ਉਹ FIR ਜਦੋਂ ਹੋਈ ਹੈ ਤਾਂ ਉੱਥੇ ਕੀ ਤੁਹਾਨੂੰ ਲੱਗਦਾ ਕਿ ਸਰਕਾਰ ਨੇ ਇਹਨਾਂ ਦੇ ਕੋਈ ਲੀਗਲ ਐਡਵਾਈਜ਼ਰ ਨਹੀਂ ਹੁੰਦੇ? ਪੂਰਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਜਿਨ੍ਹਾਂ ਨੇ FIR ਕਰਨੀ ਹੁੰਦੀ, ਜਿਨ੍ਹਾਂ ਨੂੰ ਇਕੱਲੇ ਨੁਕਤੇ ਦਾ ਪਤਾ ਹੁੰਦਾ ਕਿ ਕਿੱਦਾਂ ਜਾ ਕੇ ਅੱਗੇ ਖੁੱਲ੍ਹਣਾ ਇਹ ਕੋਰਟ ਦੇ ਵਿੱਚ, ਕਿਵੇਂ ਖੁੱਲੂਗਾ, ਕਿਹੜੀ ਧਾਰਾ ਲੱਗਣੀ ਹੈ, ਕਿਵੇਂ ਲਾਉਣੀ ਹੈ ਜਾਂ ਨਹੀਂ ਲਾਉਣੀ, ਕਿਹੜੇ ਬੰਦੇ ਰੱਖਣੇ, ਕਿਹੜੇ ਨੂੰ 2 ਨੰਬਰ 'ਤੇ ਰੱਖਣਾ, ਉਹ ਸਾਰਾ ਕੁਛ ਜਦੋਂ ਸਰਕਾਰ ਦੇ ਕੋਲ ਹੈ ਤਾਂ ਉੱਥੇ FIR ਜਿਹੜੀ ਕਰੀ ਹੈ ਉਹ ਢਿੱਲੀ ਕਰੀ ਗਈ ਹੈ। ਉਹਦੇ ਵਿੱਚ ਕਿਉਂ ਨਹੀਂ ਨਾਮ ਮੈਂਸ਼ਨ ਕਰੇਗਾ? ਇੱਕ ਹੋਰ ਇਸ ਸਭ ਦੇ ਵਿਚਾਲੇ ਜੇ ਆਪਾਂ ਬਿਲਕੁਲ ਪਿੱਛੇ ਜਾਈਏ, ਰਾਮ ਰਹੀਮ ਨੇ ਜਦੋਂ ਪੋਸ਼ਾਕ ਪਾਈ, ਸ਼ਾਇਦ ਸਾਲ 2007 ਦੀ ਗੱਲ ਹੈ ਇਹ, ਉਹਨੇ ਪੋਸ਼ਾਕ ਪਹਿਨੀ, ਉਸ ਤੋਂ ਬਾਅਦ ਫਿਰ ਪੰਥਕ ਧਿਰਾਂ ਦੇ ਨਾਲ ਲਾ ਲਓ ਕਿ ਅਕਾਲੀ ਦਲ ਦੀ ਮੈਂ ਗੱਲ ਕਰ ਰਿਹਾ, ਉਹਨਾਂ ਦੇ ਨਾਲ ਨਜ਼ਦੀਕੀਆਂ, ਫਿਰ ਹੌਲੀ ਹੌਲੀ ਜਿਹੜਾ ਉਹਨੂੰ ਮਾਫੀ ਦਿੱਤੀ ਜਾਂਦੀ ਹੈ, ਫਿਲਮ ਰਿਲੀਜ਼ ਹੁੰਦੀ ਹੈ, ਫਿਰ ਬੇਅਦਬੀਆਂ ਹੁੰਦੀਆਂ, ਸਾਰਾ ਕੁਝ ਵਾਪਰ ਰਿਹਾ। ਇੱਕ ਪੂਰੀ ਚੇਨ ਜਿਹੜੀ ਉਹ ਸਾਡੇ ਸਾਹਮਣੇ ਹੈ। ਇਹਨਾਂ ਤੱਥਾਂ ਨੂੰ ਕਿਉਂ ਨਹੀਂ ਮਜ਼ਬੂਤੀ ਨਾਲ ਦੇਖਿਆ ਜਾਂਦਾ ਕਿ ਇਹ ਵੀ ਕੇਸ ਦੇ ਵਿੱਚ ਇੱਕ ਬੜੀ ਵੱਡੀ ਅਹਿਮੀਅਤ ਰੱਖਦੇ ਨੇ? ਇਹ ਤਾਂ ਇਹੀ ਕਿਹਾ ਜਾ ਰਿਹਾ ਨਾ ਕਿ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਮਾਫੀਨਾਮਾ ਨਾਲ ਜੋੜਿਆ ਗਿਆ। ਜੇ ਮਾਫੀਨਾਮਾ ਨਾਲ ਜੋੜਿਆ ਗਿਆ ਸੀ ਤਾਂ ਬਾਅਦ 'ਚ ਰੱਦ ਕਿਉਂ ਕੀਤੀ ਗਈ ਮਾਫੀ? ਬਾਅਦ 'ਚ ਕਿਉਂ ਰੌਲਾ ਪਾਇਆ ਗਿਆ? ਬਾਅਦ ਵਿੱਚ ਕਿਉਂ ਸਪਸ਼ਟੀਕਰਨ ਦਿੱਤੇ ਗਏ ਅਕਾਲੀ ਦਲ ਵੱਲੋਂ? ਇਹ ਗੱਲ ਕੌਣ ਦੱਸੇਗਾ ਹੁਣ? ਕਿਉਂ ਕਲੀਅਰੈਂਸ ਦਿੱਤੀ ਜਾ ਰਹੀ ਹੈ ਬਾਰ-ਬਾਰ ਮਾਫੀਨਾਮੇ ਦੇ ਉੱਤੇ? ਕਿਉਂ ਜਥੇਦਾਰਾਂ ਨੂੰ ਬੋਲਣ ਲਈ ਅੱਗੇ ਕੀਤਾ ਜਾਂਦਾ ਕਿ ਤੁਸੀਂ ਇੱਦਾਂ ਕਰ ਦਿਓ, ਗਲਤੀ ਹੋਈ ਹੈ, ਪੁਰਾਣੀ ਹੋਈ ਹੈ? ਕਿਉਂ ਜਥੇਦਾਰ ਬੋਲੇ? ਜੇ ਉਸ ਨਾਲ ਰਿਲੇਟਡ ਨਹੀਂ ਸੀ ਜਾਂ ਤੁਹਾਨੂੰ ਮਾਫੀਆਂ ਦੇਣ ਦੀ ਜਾਂ ਉਹਦੇ ਮਾਫੀਆਂ ਦੇ ਉੱਤੇ ਸਪਸ਼ਟੀਕਰਨ ਦੇਣ ਦੀ ਕੀ ਲੋੜ ਪਈ? ਹਾਲਾਂਕਿ ਹੁਣ ਜਿਹੜੀ ਆ ਕੋਈ ਵੀਰਪਾਲ ਦੇ ਕੱਲ੍ਹ ਪਰਸੋਂ ਰੌਲਾ ਪਿਆ ਸੀਗਾ, ਕੋਈ ਡੇਰੇ ਦੀ ਪੈਰੋਕਾਰ ਹੈ ਸ਼ਾਇਦ ਕੋਈ, ਅਤੇ ਉਹਦਾ ਬਿਆਨ ਆਉਂਦਾ ਕਿ ਡੇਰੇ ਦੇ ਵਿੱਚ ਇਹ ਬੰਦੇ ਫਿਰ ਰਹੇ ਨੇ ਜਿਹੜੇ ਰਿਲੇਟਡ ਨੇ ਨਾਲ ਉਸਦੇ ਬੇਅਦਬੀ ਦੇ ਨਾਲ, ਵੀ ਇਹ ਸਾਰੇ ਉਹਨਾਂ ਦੇ ਡੇਰੇ ਨੂੰ ਸਾਰੇ ਨੂੰ ਬਦਨਾਮ ਕਰ ਰਹੇ ਨੇ, ਸਾਰੇ ਲੋਕਾਂ ਨੂੰ ਬਦਨਾਮ ਕਰ ਰਹੇ ਨੇ, ਡੇਰੇ ਦੇ ਪੈਰੋਕਾਰਾਂ ਨੂੰ, ਜਾਂ ਜਿਹੜੇ ਉਹਨਾਂ ਦਾ ਗੁਰਮਤਿ ਰਾਮ ਰਹੀਮ ਮੁਖੀ ਹੈ ਜਿਹੜਾ ਡੇਰੇ ਦਾ, ਤਾਂ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਉਹਨੂੰ ਸਾਜ਼ਿਸ਼ ਦੇ ਤਹਿਤ ਅੰਦਰ ਕੀਤਾ ਗਿਆ ਵੀ ਉਹਨਾਂ ਨੂੰ ਫੜਦੇ, ਪੁਲਿਸ ਉਹਨਾਂ ਨੂੰ ਫੜੇ ਤਾਂ ਉਹਨਾਂ 'ਤੇ ਕਾਰਵਾਈ ਕਿਉਂ ਨਹੀਂ ਕਰਦੀ? ਉਹਨਾਂ ਦੇ ਬਿਆਨਾਂ ਨੂੰ ਕਿਉਂ ਨਹੀਂ ਦੇਖਿਆ ਜਾਂਦਾ? ਇਹ ਸਾਰੀਆਂ ਗੱਲਾਂ ਮਤਲਬ ਕਹਿ ਲਓ। ਪਰ ਇਹ ਵੀ ਹੈ ਨਾ, ਵੀਰਪਾਲ ਕੌਰ ਦੇ ਬਿਆਨ ਦੇ ਨਾਲ ਆਪਾਂ ਰਾਮ ਰਹੀਮ ਨੂੰ ਜਿਹੜਾ ਇਸ ਤੋਂ ਦੋਸ਼ ਤੋਂ ਲਾਂਭੇ ਨਹੀਂ ਕਰ ਸਕਦੇ, ਕਿਉਂਕਿ ਕਿਤੇ ਨਾ ਕਿਤੇ ਰਾਮ ਰਹੀਮ ਦੀ ਵਿੱਚ ਲੱਗਦੀ ਆ ਕਿ ਉਹਨੂੰ ਮਾਫੀ ਦੇਣਾ, ਫਿਰ ਉਹਦੀਆਂ ਫਿਲਮਾਂ ਰਿਲੀਜ਼ ਕਰਨ ਦੇ ਲਈ ਵੱਡੀ ਗਿਣਤੀ 'ਚ ਪੁਲਿਸ ਫੋਰਸ ਲਗਾਉਣਾ, ਸਿੱਖਾਂ ਨਾਲ ਟਕਰਾਅ ਹੋਣਾ, ਇਹਨਾਂ ਸਾਰਿਆਂ ਨੂੰ ਅਣਗੌਲਿਆ ਕੀਤਾ ਗਿਆ ਜਾਂ ਜਾਣ ਬੁੱਝ ਕੇ ਇਹਨਾਂ ਨੂੰ ਬੜਾਵਾ ਦਿੱਤਾ ਗਿਆ? ਫਿਰ ਨਹੀਂ, ਉਹ ਗੱਲ ਇਹ ਨਹੀਂ ਹੈ ਕਿ ਬੜਾਵਾ ਦਿੱਤਾ ਗਿਆ ਜਾਂ ਰਾਮ ਰਹੀਮ ਨੂੰ ਅਸੀਂ ਉਹ ਸਾਈਡ 'ਤੇ ਨਹੀਂ ਕਰ ਸਕਦੇ। ਅਸੀਂ ਨਹੀਂ ਕਹਿੰਦੇ, ਮੈਂ ਤਾਂ ਪਹਿਲਾਂ ਹੀ ਗੱਲ ਕਹੀ ਹੈ ਕਿ ਜਦੋਂ ਕੋਈ ਵੀ ਮੁਖੀ ਆ ਉਹਦੀ ਬਿਨਾਂ ਸ਼ਮੂਲੀਅਤ ਤੋਂ ਕੋਈ ਕਾਰਵਾਈ ਕਿਵੇਂ ਹੋ ਸਕਦੀ ਆ? ਮੁਖੀ ਹੋਣਾ, ਚਾਹੇ ਸਟੇਟ ਦਾ ਮੁਖੀ ਆ, ਚਾਹੇ ਕਿਸੇ ਕਲੱਬ ਦਾ ਆ, ਚਾਹੇ ਕਿਸੇ ਡੇਰੇ ਦਾ ਹੈ, ਚਾਹੇ ਕਿਸੇ ਹੋਰ ਸੰਸਥਾ ਦਾ ਮੁਖੀ ਆ, ਉਸ ਦੇ ਬੰਦੇ, ਉਹਦੇ ਅੰਡਰ ਕੰਮ ਕਰਨ ਵਾਲੇ ਬੰਦੇ ਉਹਦੋਂ ਬਿਨਾਂ ਪੁੱਛੇ, ਉਹਦੀ ਸਲਾਹ ਤੋਂ ਬਿਨਾਂ, ਉਹਨੂੰ ਦੱਸੇ ਬਿਨਾਂ ਉਹਦੇ ਖਿਲਾਫ ਕਿਵੇਂ ਕੰਮ ਕਰ ਸਕਦੇ ਨੇ? ਇਹ ਹੋ ਸਕਦਾ ਕਿਤੇ? ਦੂਜੀ ਗੱਲ ਇਹਦੇ ਵਿੱਚ ਇਹ ਵੀ ਹੈ ਕਿ ਜੇ ਮੰਨ ਲਓ ਕਿ ਹੁਣ IG ਕੁੰਵਰ ਵਿਜੇ ਪ੍ਰਤਾਪ 'ਤੇ ਵੀ ਹਾਈ ਕੋਰਟ ਨੇ ਉਂਗਲ ਚੁੱਕੀ ਹੈ ਕਿ ਉਹ ਇਸ ਤਰ੍ਹਾਂ ਇੱਕ ਧਿਰ ਦਾ ਪੱਖ ਪੂਰ ਰਹੇ ਨੇ, ਪਰ ਇਹ ਵੀ ਹੈ ਨਾਲੋਂ ਨਾਲ ਕਿ ਜਦੋਂ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਸੱਤਾ ਵਿੱਚ ਆਈ ਉਦੋਂ ਕਿਹਾ ਸੀ ਕਿ ਜਲਦੀ ਅਸੀਂ ਨਿਬੇੜਾਂਗੇ ਇਹਨਾਂ ਦੀ ਜਾਂਚ। ਇਹਨੂੰ ਇੰਨਾ ਜ਼ਿਆਦਾ ਕਿਉਂ ਲਮਕਾਇਆ ਗਿਆ ਕਿ ਹੁਣ ਚੋਣਾਂ ਸਿਰ 'ਤੇ ਨੇ? ਹਰ ਵਾਰ ਆਪਾਂ ਕਿਸੇ ਵੀ ਪਾਰਟੀ ਨੂੰ ਦੇਖ ਲਈਏ ਕਿ ਉਹ ਮੁੱਦੇ ਲਮਕਾਉਂਦੀ ਹੈ, ਜਦੋਂ ਚੋਣਾਂ ਸਿਰ 'ਤੇ ਆ ਜਾਂਦੀਆਂ, ਵੋਟਾਂ ਪੈਣ ਵਾਲੀਆਂ ਹੁੰਦੀਆਂ, ਉਦੋਂ ਉਸ ਮੁੱਦੇ ਨੂੰ ਫੇਰ ਉੱਪਰ ਲੈਂਦੀ ਹੈ ਜਿਹੜਾ ਵਿਰੋਧੀਆਂ ਦੇ ਖਿਲਾਫ ਹੁੰਦਾ। ਦੇਖੋ, ਇਹ ਤਾਂ ਇਹਨਾਂ ਦੇ ਸਿਆਸੀ ਸਟੰਟ ਨੇ ਸੁਖਵਿੰਦਰ ਜੀ, ਇਹਨਾਂ ਨਾਲ ਤਾਂ ਕੁਛ ਇਹਨਾਂ ਬਾਰੇ ਕੁਛ ਬੋਲਣਾ ਆਪਾਂ ਕਹਿ ਲਓ ਕਿ
ਆਪਣੇ ਵਾਸਤੇ ਜਾਂ ਲੋਕਾਂ ਵਾਸਤੇ ਮੁਨਾਸਬ ਹੀ ਨਹੀਂ ਹੈਗਾ। ਇਹਨਾਂ ਬਾਰੇ ਕੀ ਸੋਚਦੇ ਨੇ, ਇਹ ਕੀ ਕਰਦੇ ਨੇ, ਕਿੱਥੋਂ ਕਿਹੜੀ ਕਾਰਵਾਈ ਕੱਢ ਕੇ ਲਿਆਉਣ, ਕਿਹੜਾ ਮੁੱਦਾ ਚੋਣ ਮੁੱਦਾ ਬਣਾਉਣਾ ਇਹਨਾਂ ਨੇ। ਜੇ ਅਕਾਲੀ ਦਲ ਦੀ ਤਰ੍ਹਾਂ ਕਾਂਗਰਸ ਨੇ ਕੀਤਾ ਤਾਂ ਇੱਥੇ ਤੱਕ ਆਹ ਗੱਲ ਨੌਬਤ ਆਈ ਹੋਈ ਆ। ਜੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਚੋਣ ਲੜੀ ਸੀ, ਜੇ ਕਾਂਗਰਸ ਉਹਨਾਂ ਮੁੱਦਿਆਂ ਵਿੱਚੋਂ ਆਹ ਮੁੱਦਾ ਕੇਵਲ ਤੇ ਕੇਵਲ ਇੱਕ ਮੁੱਦਾ ਹੀ ਸੋਲਵ ਕਰ ਲੈਂਦੀ ਤਾਂ ਅੱਜ ਉਹਦੀ ਸਥਿਤੀ ਕੁਛ ਹੋਰ ਹੋਣੀ ਸੀ। ਸੁਹਿਰਦ ਸਮਝਿਆ ਜਾਂਦਾ ਉਹਦਾ ਪੰਜਾਬ ਦੇ ਲਈ, ਪੰਜਾਬ ਦੇ ਲੋਕਾਂ ਦੇ ਲਈ, ਖਾਸ ਕਰ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਆਪਾਂ ਕਹਿ ਲਏ ਕਿ ਉਹਨੂੰ ਮੰਨਣ ਵਾਲੇ ਲੋਕ ਨੇ, ਉਹਨਾਂ ਲਈ ਸੁਹਿਰਦ ਮੰਨਿਆ ਜਾ ਸਕਦਾ ਸੀ। ਪਰ ਉਹਨਾਂ ਨੇ ਉਹ ਕਹਿੰਦੇ ਸਾਡੇ ਲਈ ਸਾਲ ਥੋੜ੍ਹਾ ਸੀ, ਇਹ ਕਹਿਣਗੇ ਸਾਡੇ ਕੋਲ 4 ਸਾਲ ਥੋੜ੍ਹੇ ਸੀਗੇ, ਅਸੀਂ ਅਗਲੀ ਸਰਕਾਰ 'ਚ ਦੇਖਾਂਗੇ। ਅਤੇ ਜੇ ਇਹਨਾਂ ਦੇ ਆਪਦੇ ਕਿਸੇ ਪਰਿਵਾਰ ਨਾਲ ਇੱਦਾਂ ਹੋ ਜੇ, ਪਰਿਵਾਰ ਦੇ ਕਿਸੇ ਜੀ ਨਾਲ ਇੱਦਾਂ ਹੋ ਜੇ, ਮੈਂਬਰ ਨਾਲ ਹੋ ਜੇ ਕੋਈ ਇੱਦਾਂ, ਤਾਂ ਸਾਰੀਆਂ ਫੋਰਸਿਸ ਨੂੰ ਨਾਲ ਲਾ ਕੇ ਇਹ ਉਹਨੂੰ ਇਨਸਾਫ ਦਿਵਾਉਣ 'ਤੇ ਤੁਲ ਜਾਂਦੇ ਨੇ। ਇਹਨਾਂ ਕੋਲ ਸਾਰਾ ਕੁਛ ਹੈ ਸੁਖਵਿੰਦਰ ਜੀ। ਇਹ ਗਲਤ ਫਹਿਮੀਆਂ ਸਿਰਫ ਲੋਕਾਂ ਦੇ ਵਿੱਚ ਪਾਉਣ ਨੂੰ ਨੇ ਕਿ ਅਸੀਂ ਸਿੱਟ ਦਾ ਇੱਦਾਂ ਨਹੀਂ ਕਰ ਸਕੇ, ਸਾਨੂੰ ਸਿੱਟ ਬਾਰੇ ਪਤਾ ਨਹੀਂ ਸੀ, ਜਾਂ ਅਸੀਂ ਹੁਣ ਜੇ ਅਕਾਲੀ ਦਲ ਦਮਗਜੇ ਮਾਰਦਾ ਕਿ ਅਸੀਂ ਜੋ ਕਹਿ ਰਹੇ ਸੀ ਉਹੀ ਅਦਾਲਤ ਨੇ ਕਿਹਾ, ਤਾਂ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ? ਤੁਸੀਂ ਜਦੋਂ ਤੁਹਾਡੇ ਖਿਲਾਫ ਕਾਰਵਾਈ ਜਾਂਦੀ ਸੀ ਤੁਸੀਂ ਕਿਸੇ ਕੋਰਟ 'ਚ ਜਾ ਕੇ ਖੜ੍ਹੇ? ਤੁਸੀਂ ਕਿਹੜੀਆਂ ਕੋਰਟਾਂ ਦਾ ਦਰਵਾਜ਼ਾ ਖੜਕਾਇਆ ਬਈ? ਤੁਸੀਂ ਕਿਹਨਾਂ ਬੰਦਿਆਂ ਦੇ ਨਾਮ ਲਏ ਵੀ ਸਾਡਾ ਨਹੀਂ, ਇਹ ਉਹਨਾਂ ਦਾ ਕਸੂਰ ਹੈ? ਇਹ ਦੂਜੀ ਰਿਪੋਰਟ ਦੇਖੋ, ਇਹਦੇ ਵਿੱਚ ਬਕਾਇਦਾ ਤੌਰ 'ਤੇ ਮੈਂਸ਼ਨ ਨੇ ਨਾ ਜਿਨ੍ਹਾਂ ਨੇ ਕੰਮ ਕੀਤਾ, ਸਾਨੂੰ ਬਦਨਾਮ ਕੀਤਾ ਜਾ ਰਿਹਾ। ਇਹ ਗੱਲਾਂ ਹੁਣ ਆ ਕੇ ਸਾਹਮਣੇ ਖਿਲਾ ਰਹੇ ਨੇ। ਇਹੀ ਕਾਂਗਰਸ ਨੇ ਕਰਨਾ। ਉਹਨਾਂ ਨੇ ਕੋਲ ਵੀ ਮੁੱਦਾ ਹੀ ਸੀ, ਅਸੀਂ ਤਾਂ ਦੇਖੋ ਕਰਵਾਤੀ ਸੀ ਜੀ, ਸਾਡੀ ਤਾਂ ਰਿਪੋਰਟ ਦੇ ਵਿੱਚ ਫਲਾਣਾ ਦੋਸ਼ੀ ਸੀ। ਦੋਸ਼ੀ ਤਾਂ ਕੋਈ ਵੀ ਨਹੀਂ ਪਾਇਆ ਗਿਆ ਉਰੇ। ਕੋਰਟ ਨੇ ਤਾਂ ਕਹਿ ਤਾ ਕਿ ਕਿਸੇ ਫੋਨ ਕਾਲ ਦੇ ਆਧਾਰ 'ਤੇ ਤੁਸੀਂ ਕਿਸੇ ਬੰਦੇ ਨੂੰ, CM ਨੂੰ, ਖਾਸ ਕਰ ਸਟੇਟ ਦੇ ਨੂੰ ਕਿਵੇਂ ਦੋਸ਼ੀ ਮੰਨ ਸਕਦੇ ਹੋ? ਅਤੇ ਇਹਦੇ ਵਿੱਚ ਪੱਕੇ ਤੌਰ 'ਤੇ ਦੋਸ਼ੀ ਕਿਹੜਾ ਹੈ? ਅਤੇ ਜੇ ਤੁਹਾਡੇ ਕੋਲ 3 ਮੈਂਬਰ, ਸਿੱਟ ਕਾਇਮ ਕਰੀ ਸਰਕਾਰ ਨੇ, ਸਰਕਾਰ ਨੂੰ ਰਿਪੋਰਟ ਦਿੰਦੀ ਰਹੀ ਸਿੱਟ, ਅਤੇ ਹੁਣ ਜਿਹੜਾ ਮਨ੍ਹਾ ਕੀਤਾ ਹੈ ਨਾ ਹਾਈ ਕੋਰਟ ਨੇ, ਇਹੀ ਮਨ੍ਹਾ ਕੀਤਾ ਕਿ ਨਾ ਤਾਂ ਸਰਕਾਰ ਨੂੰ ਰਿਪੋਰਟ ਦੇਗੀ ਸਿੱਟ, ਨਾ ਹੀ ਮੀਡੀਆ 'ਚ ਜਾਏਗੀ ਕੇਬਲ 'ਤੇ, ਨਾ ਹੀ ਪੁਲਿਸ ਨੂੰ ਰਿਪੋਰਟ ਕਰੇਗੀ। ਸਿੱਟ ਸਿਰਫ ਕੋਰਟ ਨੂੰ ਜਾ ਕੇ ਆਪਣੀ ਰਿਪੋਰਟ ਦੇਗੀ, ਉਹਨਾਂ ਨੂੰ ਦੱਸੇਗੀ। ਅਤੇ ਉਹ ਜੇ ਪਹਿਲਾਂ ਜਿਹੜੀ ਸਿੱਟ ਸੀਗੀ, ਜੇ ਉਹ ਸਰਕਾਰ ਨੂੰ ਨਹੀਂ ਦੱਸ ਰਹੀ ਸੀਗੀ ਕੁਛ, ਹਾਲਾਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਕਹਿ ਰਹੇ ਕਿ ਮੈਂ CM ਨੂੰ ਮਿਲਦਾ ਰਿਹਾ, ਇਹਦਾ ਮਤਲਬ ਸਾਰੀ ਰਿਪੋਰਟ ਬਾਰੇ ਪਤਾ ਸੀਗਾ ਸਰਕਾਰ ਨੂੰ। ਇਹਨਾਂ ਨੇ ਕੋਈ ਚਾਰਾਜੋਈ ਨਹੀਂ ਕੀਤੀ। ਹੁਣ ਉਹ ਇਲਜ਼ਾਮ ਲਾ ਰਿਹਾ ਕਿ ਅਤੁਲ ਨੰਦਾ ਜਿਹੜਾ ਉਹ ਬਕਾਇਦਾ ਤੌਰ 'ਤੇ ਸਰਕਾਰ ਦਾ ਵਕੀਲ ਹੋ ਕੇ, ਸਿੱਟ ਦਾ ਧਿਰ ਹੋ ਕੇ, ਸਿੱਟ ਦੇ ਪੱਖ ਦੀ ਧਿਰ ਹੋ ਕੇ ਉਹ ਵਿਰੁੱਧ ਭੁਗਤਦਾ ਰਿਹਾ, ਵਕੀਲ ਵਿਰੁੱਧ ਭੁਗਤਦੇ ਰਹੇ ਨੇ। ਕੀ ਇਹਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਨਹੀਂ ਸੀ? ਜੇ ਪਤਾ ਸੀ ਤਾਂ ਢਿੱਲ ਕਿਉਂ ਵਰਤੀ? ਕਿਉਂ ਹਟਾਏ ਨਹੀਂ ਵਕੀਲ ਇਹ? ਕਿਉਂ ਇਹਨਾਂ ਨੂੰ ਅਹੁਦੇ ਤੋਂ ਲਾਂਭਾ ਨਹੀਂ ਕਰਿਆ ਗਿਆ? ਕਿਉਂ ਇਹਨਾਂ ਨੂੰ ਲੱਖਾਂ ਕਰੋੜਾਂ ਰੁਪਏ ਇਹਨਾਂ ਦੇ 'ਤੇ ਖਰਚ ਕੀਤੇ ਗਏ? ਗੱਲ ਇਹ ਸਿਰਫ ਇਹਦੇ ਹੁਣ ਸਿਰਫ ਸਿਆਸਤ ਖੇਡੀ ਜਾਊਗੀ ਇਸ ਮੁੱਦੇ 'ਤੇ, ਔਰ ਚੱਲ ਰਹੀ ਹੈ ਸਿਆਸਤ। ਇਹਨੂੰ ਠੰਡੇ ਬਸਤੇ ਦੇ ਵਿੱਚ ਪਾਉਣਾ ਸੀ, ਲਮਕਾਉਣਾ ਸੀਗਾ, ਲਮਕਾਤਾ। ਇਹ ਕੇਸ ਦਾ ਕੋਈ ਸਿੱਟਾ ਨਿਕਲਣ ਦਾ ਹਲੇ ਕੋਈ ਮੈਨੂੰ ਲੱਗਦਾ ਨਹੀਂ ਕਿ ਕੋਈ ਕਿਸੇ ਸਿੱਟੇ 'ਤੇ ਪਹੁੰਚ ਸਕਦੀ ਹੈ ਇਹ ਜਾਂਚ। ਬਿਲਕੁਲ। ਜਦੋਂ ਇਲਜ਼ਾਮ ਤਰਾਸ਼ੀਆਂ ਹੁੰਦੀਆਂ ਉਦੋਂ ਕਿਤੇ ਨਾ ਕਿਤੇ ਬੇਭਰੋਸਗੀ ਵੀ ਵੱਧਦੀ ਹੈ ਇਹਨਾਂ ਮਸਲਿਆਂ ਦੇ ਵਿੱਚ। ਜਦੋਂ ਰੇਅਰ ਕੇਸ ਹੋਵੇ, ਜਿਵੇਂ ਕਹਿੰਦੇ ਨੇ ਕਿ ਨਿਵੇਕਲਾ ਕੇਸ, ਉਹਨੂੰ ਕਿਸ ਤਰ੍ਹਾਂ ਨਜਿੱਠਣਾ, ਲੋਕਾਂ ਦੀਆਂ ਭਾਵਨਾਵਾਂ ਵੀ ਜੁੜੀਆਂ। ਹਾਲਾਂਕਿ ਜੱਜ ਸਾਹਿਬ ਜਿਹੜੇ ਨੇ ਉਹ ਭਾਵੁਕਤਾ ਨਾਲ ਫੈਸਲਾ ਨਹੀਂ ਕਰਦੇ, ਪਰ ਇਹਦੇ ਵਿੱਚ ਵੱਡੀ ਗੱਲ ਇਹ ਆ ਕਿ ਹੁਣ ਨਵੀਂ ਸਿੱਟ ਨੂੰ ਕਹਿ ਤਾ ਕਿ 6 ਮਹੀਨਿਆਂ 'ਚ ਇਨਕੁਆਇਰੀ ਪੂਰੀ ਕਰਨੀ ਹੈ। 6 ਮਹੀਨਿਆਂ ਦੇ ਵਿੱਚ ਇਲੈਕਸ਼ਨ ਵੀ ਨੇੜੇ ਸਿਰ 'ਤੇ ਆ ਰਹੀਆਂ ਨੇ, ਫਿਰ ਚੋਣ ਜ਼ਾਬਤਾ ਲੱਗ ਜਾਣਾ, ਫਿਰ ਕੀ ਬਣਨਾ ਕੀ ਨਹੀਂ ਬਣਨਾ। ਅਗਲੀ ਸਰਕਾਰ ਆਏਗੀ 2022 ਤੋਂ ਲੈ ਕੇ 2027 ਤੱਕ ਅਗਲੀ ਸਰਕਾਰ ਹੈ। 2015 'ਚ ਬੇਅਦਬੀ ਹੋਈ ਹੈ, ਤਕਰੀਬਨ 12 ਸਾਲ, ਮਤਲਬ ਫਿਲਹਾਲ ਦੀ ਘੜੀ ਇੱਦਾਂ ਸਮਝੋ ਕਿ ਮਸਲਾ ਠੰਡੇ ਬਸਤੇ ਵਿੱਚ ਪੈ ਚੁੱਕਿਆ। ਇਨਸਾਫ ਦੀ ਆਸ ਜਿਹੜੀ ਅਦਾਲਤਾਂ ਤੋਂ ਲਗਾਈ ਜਾ ਰਹੀ ਹੈ। ਅਗਲੀ ਗੱਲ ਜਿਹੜੀ ਹੈ ਅਸੀਂ ਕਰਦੇ ਹਾਂ ਆਕਸੀਜਨ ਵਾਲੇ ਮਸਲੇ ਨੂੰ ਲੈ ਕੇ, ਜਿਹੜੀ ਦੇਸ਼ ਭਰ ਦੇ ਵਿੱਚ ਸਿਆਸਤ ਕਾਫੀ ਭਖੀ ਹੋਈ ਹੈ। ਮੋਦੀ ਸਰਕਾਰ 'ਤੇ ਲਗਾਤਾਰ ਸਵਾਲ ਉੱਠ ਰਹੇ ਨੇ, ਉਹਨੂੰ ਕਿੱਦਾਂ ਦੇਖਦੇ ਹੋ? ਹੁਣ ਤਾਂ ਖਾਲਸਾ ਏਡ ਵਾਲਿਆਂ ਨੇ ਵੀ ਆਕਸੀਜਨ ਦੇਣੀ ਸ਼ੁਰੂ ਕਰ ਦਿੱਤੀ ਹੈ। ਦੂਜੀ ਗੱਲ ਇਹਦੇ ਵਿੱਚ ਖਾਸ ਇਹ ਆ ਕਿ ਖਾਲਸਾ ਏਡ ਨੂੰ ਲਗਾਤਾਰ ਨਿਸ਼ਾਨੇ 'ਤੇ ਲਿਆ ਜਾਂਦਾ ਸੀਗਾ। ਹੁਣ ਉਹੀ ਗੋਦੀ ਮੀਡੀਆ ਜਿਹੜਾ ਉਹਨਾਂ ਤੋਂ ਪਹਿਲਾਂ ਹਿਸਾਬ ਮੰਗਦਾ ਸੀ ਕਿ ਜੀ ਅੱਤਵਾਦੀ ਫੰਡਿੰਗ ਕਰਦੇ ਨੇ, ਇਹ ਖਾਲਿਸਤਾਨ ਨੂੰ ਪ੍ਰਮੋਟ ਕਰਦੇ ਨੇ, ਹੁਣ ਉਹ ਇਸ ਮਸਲੇ ਨੂੰ ਕਿੱਦਾਂ ਉਭਾਰਨਗੇ? ਜਦੋਂ ਤਾਂ ਦੇਖੋ ਸਰਕਾਰ ਦੇ ਹੱਕ 'ਚ ਕੋਈ NGO ਜਾਂ ਕੋਈ ਸੁਸਾਇਟੀ ਜਾਂ ਕੋਈ ਬੰਦਾ, ਵਿਅਕਤੀ ਵਿਸ਼ੇਸ਼ ਕੋਈ ਵੀ ਹੋਵੇ, ਜਦੋਂ ਤਾਂ ਉਹ ਸਰਕਾਰ ਦੇ ਹੱਕ 'ਚ ਭੁਗਤ ਰਿਹਾ ਹੁੰਦਾ ਨਾ, ਉਦੋਂ ਮੀਡੀਆ ਕੀ ਸਾਰਾ ਕੁਛ ਉਹਦੇ ਪੱਖ 'ਚ ਕਰ ਦਿਆ ਜਾਂਦਾ। ਸਰਕਾਰ ਕੋਲ ਸਭ ਕੁਛ ਹੁੰਦਾ, ਸਰਕਾਰ ਦੇ ਹੱਥ 'ਚ ਸਭ ਕੁਛ ਹੁੰਦਾ। ਉਹਨੇ
ਬਸ ਵਰਤਣਾ ਹੀ ਹੁੰਦਾ, ਵਰਤਣ ਦਾ ਢੰਗ ਆਉਣਾ ਚਾਹੀਦਾ। ਉਹ ਬੰਦਾ ਇਹਨਾਂ ਨੂੰ ਪਤਾ ਹੁੰਦਾ ਸਾਰਾ ਕੁਝ ਕਿ ਕਦੋਂ ਕਿੱਥੇ ਕਿਹੜਾ ਕੀ ਚੀਜ਼ ਵਰਤਣੀ ਹੈ। ਮੀਡੀਆ ਵੀ ਜਿਵੇਂ ਵਰਤਿਆ ਹੀ ਜਾਂਦਾ। ਹੁਣ ਆਪਾਂ ਕਹਿ ਲਓ ਕਿ ਮੀਡੀਆ ਕਿਹੜਾ ਘੱਟ ਹੈ, ਬਹੁਤ ਸਾਰਾ ਇੱਦਾਂ ਦਾ ਮੀਡੀਆ ਜਿਹੜਾ ਸਰਕਾਰ ਦੇ ਇਸ਼ਾਰੇ ਤੋਂ ਬਿਨਾਂ ਕੰਮ ਹੀ ਨਹੀਂ ਕਰ ਰਿਹਾ ਹੁਣ। ਅਤੇ ਉਹ ਜਦੋਂ ਪਤਾ ਸੀ ਇਹਨੂੰ ਕਿ ਕਿਸਾਨਾਂ ਦਾ ਅੰਦੋਲਨ ਦਾ ਸਾਥ ਦੇ ਰਿਹਾ ਇਹ ਬੰਦਾ, ਖਾਲਸਾ ਏਡ ਜਿਹੜੀ ਸੰਸਥਾ ਹੈਗੀ ਆ, ਤਾਂ ਉਦੋਂ ਸਰਕਾਰ ਦੇ ਅਗੇਂਸਟ ਭੁਗਤ ਰਿਹਾ ਸੀਗਾ। ਕਿਉਂ ਜਿਹੜੀ ਚੀਜ਼ ਉੱਥੇ ਲੋੜ ਚਾਹੀਦੀ ਸੀ, ਜਿਹਦੀ ਕਮੀ ਕਰਕੇ ਸ਼ਾਇਦ ਮੁਸ਼ਕਲਾਂ ਆਉਂਦੀਆਂ, ਰੋਜ਼ਮਰਾ ਦੀਆਂ ਲੋੜਾਂ ਸੀਗੀਆਂ ਜਿਹੜੀਆਂ, ਉਹਨਾਂ ਨੂੰ ਪੂਰੀਆਂ ਕਰਦਾ ਸੀਗਾ ਖਾਲਸਾ ਏਡ। ਖਾਣਾ ਪੀਣਾ ਜਾਂ ਹੋਰ ਕੰਬਲ ਜਾਂ ਹੋਰ ਚੀਜ਼ਾਂ ਜਿਹੜੀਆਂ ਉੱਥੇ ਲੋੜਵੰਦਾਂ ਦੀ ਚਾਹੀਦੀਆਂ ਸੀਗੀਆਂ, ਉਹ ਸਾਰੀਆਂ ਪੂਰੀਆਂ ਕਰ ਰਿਹਾ ਸੀ, ਜਿਨ੍ਹਾਂ ਕਰਕੇ ਉੱਥੇ ਬੈਠਣਾ ਸੌਖਾ ਹੋ ਗਿਆ ਸੀ ਕਿਸਾਨਾਂ ਨੂੰ। ਅਤੇ ਉਹ ਸਰਕਾਰ ਦੇ ਅਗੇਂਸਟ ਸੀਗੀ, ਅਤੇ ਉਹ ਫਿਰ ਅੱਤਵਾਦੀ ਸੀਗੀ ਉਦੋਂ। ਕਿਸਾਨ ਵੀ ਅੱਤਵਾਦੀ ਨੇ ਹਾਲੇ ਤੱਕ, ਜਦ ਤੱਕ ਸਰਕਾਰ ਦੇ ਅਗੇਂਸਟ ਭੁਗਤ ਰਹੇ ਨੇ। ਅਤੇ ਹੁਣ ਜਦੋਂ ਆਕਸੀਜਨ ਦੀ ਲੋੜ ਪਈ ਹੈ ਤਾਂ ਸਾਰਿਆਂ ਹਰ ਇੱਕ ਧਰਮ ਦੇ ਲੋਕ, ਹਰ ਇੱਕ ਸਟੇਟ ਦੇ ਲੋਕਾਂ ਦੇ ਲਈ ਉਹ ਫੇਰ ਮੁਹੱਈਆ ਕਰਵਾ ਰਹੇ ਨੇ। ਤਾਂ ਹੁਣ ਉਹਨਾਂ ਕੋਲ ਮੁੱਦਾ ਕੋਈ ਨਹੀਂ ਹੈਗਾ ਉਹਨੂੰ ਗਲਤ ਕਹਿਣ ਦਾ, ਕਿਉਂਕਿ ਸਰਕਾਰ ਉਸ ਚੀਜ਼ ਨੂੰ ਆਪ ਕਰ ਨਹੀਂ ਪਾ ਰਹੀ। ਉੱਥੇ ਤਾਂ ਚਲੋ ਸਰਕਾਰ ਦੇ ਅਗੇਂਸਟ ਸੀਗਾ ਉਹ ਕੰਮ, ਉੱਥੇ ਤਾਂ ਨਹੀਂ ਕਰ ਪਾਉਂਦੀ ਸਰਕਾਰ, ਜਾਣ ਬੁੱਝ ਕੇ ਨਹੀਂ ਕਰ ਰਹੀ ਸੀਗੀ। ਪਰ ਹੁਣ ਇੱਥੇ ਤਾਂ ਸਰਕਾਰ ਦੇ ਦੁਆਰਾ ਕੋਈ ਨਵੇਂ ਪਲਾਂਟ ਹੀ ਨਹੀਂ ਲਾਏ ਗਏ। ਆਕਸੀਜਨ ਦੀ ਕਮੀ ਸ਼ਰੇਆਮ ਰੜਕ ਰਹੀ ਹੈ, ਸਭ ਨੂੰ ਪਤਾ ਹੈ। ਹੁਣ ਆਹ ਨਵੀਂ ਤਾਜ਼ਾ ਖਬਰ ਆਈ ਹੈ ਤੁਹਾਨੂੰ, ਜੈਪੁਰ ਗੋਲਡਨ ਹਸਪਤਾਲ ਦੀ ਦਿੱਲੀ ਦੇ ਵਿੱਚ 200 ਮਰੀਜ਼ ਸੀਗੇ ਪੀੜਤ, ਉੱਥੇ ਕਰੋਨਾ ਪੀੜਤ ਨੇ। ਆਕਸੀਜਨ ਦੀ ਕਮੀ ਹੋ ਗਈ, 22 ਮੌਤਾਂ ਹੋ ਗਈਆਂ ਉੱਥੇ ਅੱਜ ਦੀ। 6 ਅੰਮ੍ਰਿਤਸਰ 'ਚ ਹੋ ਗਈਆਂ। ਇਹ ਹੁਣ ਕਿਹਨੇ ਲਿਆ ਕੇ ਆਕਸੀਜਨ ਦੇਣੀ ਸੀਗੀ? ਕੰਮ ਕਿਹਦਾ ਸੀਗਾ? ਇੱਥੇ ਤਾਂ ਸਰਕਾਰ ਦਾ ਕੰਮ ਸੀ ਨਾ। ਜਾਂ ਤਾਂ ਕਹੇ ਕਿ ਉਹ ਮਰਨ ਵਾਲੇ ਜਾਂ ਕਰੋਨਾ ਪੀੜਤ ਨੇ ਉਹ ਵੀ ਅੱਤਵਾਦੀ ਨੇ, ਇੱਥੇ ਦੇਸ਼ 'ਚ ਮਹਾਂਮਾਰੀ ਫੈਲਾ ਰਹੇ ਨੇ, ਉਹਨਾਂ ਲਈ ਸਰਕਾਰ ਜਾਣ ਬੁੱਝ ਕੇ ਨਹੀਂ ਮੁਹੱਈਆ ਕਰਾ ਰਹੀ। ਅਤੇ ਉਹ ਚੀਜ਼ਾਂ ਤੋਂ ਬਚਣ ਦੇ ਲਈ ਹੁਣ ਇਹਨੂੰ ਕਿੱਥੇ ਰੌਲਾ ਪਾਉਣਗੇ? ਉਹ ਤਾਂ ਕਹਿਣਗੇ ਚੰਗਾ ਸਗੋਂ ਚੁੱਪ ਚਪੀਤੇ ਆਉਣ, ਨਾ ਮੀਡੀਆ ਦੇ ਵਿੱਚ ਨਾਮ ਆਵੇ, ਇਹਨਾਂ ਦਾ ਵੰਡ ਦੇਣ, ਸਰਕਾਰ ਦੀ ਜੈ ਜੈਕਾਰ ਹੋ ਜੇ। ਠੀਕ ਹੈ, ਉਹ ਚੀਜ਼ਾਂ ਲਈ ਇਹਨਾਂ ਲੋਕਾਂ ਨੂੰ ਭੰਡਣਾ ਪੈਂਦਾ। ਜਿਹੜੇ ਕੰਮ ਸਰਕਾਰ ਨੇ ਕਹਿੰਦੇ ਸੀ ਇਹ ਲੋਕ ਕਰ ਦਿੰਦੇ ਨੇ। ਅਤੇ ਜਿੱਥੇ ਸਰਕਾਰ ਦੀ ਲੋੜ ਪੂਰੀ ਕਰ ਰਹੇ ਨੇ ਉੱਥੋਂ ਇਹ ਸਾਊ ਨੇ, ਉੱਥੇ ਇਹਨਾਂ ਨੂੰ ਛੇੜੋ ਨਾ ਕੰਮ ਕਰ ਦੇਣ। ਸਰਕਾਰ ਦਾ ਆਪਣਾ ਹਿੱਲਾ ਹੁੰਦਾ, ਸਾਰਾ ਕੁਝ ਠੀਕ ਹੁੰਦਾ, ਉਹਦੇ ਪੱਖ 'ਚ ਜਾਂਦੀ ਹੈ ਗੱਲ। ਸ਼ੁਕਰੀਆ, ਧੰਨਵਾਦ। ਸੋ ਖਬਰਾਂ ਟੌਪ ਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਕਿ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਜਿਹੜੀ ਹੁਣ ਦੂਜੇ ਪਾਸੇ ਮੋੜ ਦਿੱਤੀ ਗਈ ਹੈ, ਉਹਦੇ ਵਿੱਚ ਕੀ ਤੁਹਾਨੂੰ ਇਨਸਾਫ ਦੀ ਉਮੀਦ ਲੱਗਦੀ ਹੈ? ਆਪਣੇ ਵਿਚਾਰ ਕਮੈਂਟ ਕਰਿਓ। ਲੋਕ ਰਾਣੇ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਸ਼ੁਕਰੀਆ।